ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਰਣਦੀਪ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਸਾਡੇ ਸਟੂਡੀਓ ਦੇ ਵਿੱਚ ਇੱਕ ਨਵੇਂ ਮਹਿਮਾਨ ਦੇ ਨਾਲ। ਦੋਸਤੋ, ਹਰ ਸਾਲ ਅਸੀਂ 8 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਦਾ ਜਿਹੜਾ ਹਫਤਾ ਹੈ ਉਹਨੂੰ ਸੁਸਾਈਡ ਪ੍ਰੀਵੈਂਸ਼ਨ ਵੀਕ ਦੇ ਵਜੋਂ ਮਨਾਉਂਦੇ ਹਾਂ ਤੇ ਇਸੇ ਤਹਿਤ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮਹਿਮਾਨ ਪਹੁੰਚੇ ਨੇ ਡਾਕਟਰ ਹਰਦੀਪ ਕੌਰ, ਜੋ ਕਿ ਮੁਖੀ ਸਾਈਕੋਲੋਜੀ ਵਿਭਾਗ ਮਾਤਾ ਗੁਜਰੀ ਕਾਲਜ ਦੇ ਵਿੱਚ ਇਸ ਵੇਲੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਇਸੇ ਵਿਸ਼ੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਡੇ ਸਟੂਡੀਓ ਵਿੱਚ ਤੁਹਾਡਾ। ਸਭ ਤੋਂ ਪਹਿਲੇ ਇਹ ਦੱਸੋ ਕਿ ਸੁਸਾਈਡ ਪ੍ਰੀਵੈਂਸ਼ਨ ਵੀਕ ਹੈ ਕੀ ਹੈ? ਸੁਸਾਈਡ ਪ੍ਰੀਵੈਂਸ਼ਨ ਵੀਕ ਦੇ ਵਿੱਚ ਨਾਰਮਲੀ ਕੀ ਕੀਤਾ ਜਾਂਦਾ ਹੈ ਕਿ ਜਿਵੇਂ ਹੁਣ ਅੱਜ ਕੱਲ੍ਹ ਲੋਕ ਅੱਗੇ ਨਹੀਂ ਆ ਰਹੇ ਸਟਿਗਮਾ ਦੇ ਕਰਕੇ, ਤੇ ਲੋਕ ਸੁਸਾਈਡ ਜਿਹੜੇ ਕਰ ਰਹੇ ਨੇ ਉਹਨਾਂ ਤੱਕ ਆਪਾਂ ਪਹੁੰਚ ਨਹੀਂ ਪਾ ਰਹੇ ਹਾਂ, ਤਾਂ ਉਹਨਾਂ ਨੂੰ ਅਵੇਅਰ ਕਰਨ ਲਈ ਤਾਂ ਕਿ ਇਹ ਚੀਜ਼ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਜੀ। ਕਿਉਂਕਿ ਅੱਜ ਯੰਗਸਟਰ ਜਿਹੜੇ ਅੱਜ ਕੱਲ੍ਹ ਨੇ ਉਹ ਬਹੁਤ ਜ਼ਿਆਦਾ ਸੁਸਾਈਡ ਜਿਹੜੀ ਹੈ ਅਟੈਂਪਟ ਕਰ ਰਹੇ ਨੇ, ਤਾਂ ਇਸ ਕਰਕੇ ਉਹਨਾਂ ਤੱਕ ਪਹੁੰਚਣ ਲਈ ਆਪਣੀ ਮੀਡੀਆ ਬਹੁਤ ਵੱਡਾ ਇੱਕ ਰੋਲ ਨਿਭਾਉਂਦੀ ਹੈ। ਡਾਕਟਰ ਸਾਹਿਬ, ਜਦੋਂ ਅਸੀਂ ਸੁਸਾਈਡ ਵਰਗੇ ਮੁੱਦੇ ਦੀ ਆਤਮਦਾਹ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਦੋਂ ਇੱਕ ਗੱਲ ਜ਼ਹਿਨ ਦੇ ਵਿੱਚ ਆਉਂਦੀ ਹੈ ਕਿ ਇਹ ਦਿਮਾਗੀ ਸਿਹਤ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਜਿੰਨੀ ਅਸੀਂ ਤਵੱਜੋ ਜਿਹੜੀ ਹੈ ਆਪਣੀ ਸਰੀਰਕ ਸਿਹਤ ਨੂੰ ਦਿੰਦੇ ਹਾਂ, ਜਾਂ ਸਾਨੂੰ ਲੱਗਦਾ ਕਿ ਸਾਡੇ ਸਰੀਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ, ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਨੀ ਸੁਹਿਰਦਤਾ ਦੇ ਨਾਲ ਅਸੀਂ ਨਹੀਂ ਇਸ ਵਿਸ਼ੇ ਤੇ ਗੱਲ ਕਰਦੇ। ਇਹ ਕੀ ਕਾਰਨ ਹੈ ਇਹਦਾ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਜਿਹੜੇ ਸੁਸਾਇਟੀ ਜਿਹੜੀ ਹੈ ਉਹ ਲੇਬਲ ਕਰ ਦਿੰਦੀ ਹੈ, ਜਿਵੇਂ ਕਿ ਸਟਿਗਮਾ ਜਿਹੜਾ ਹੈ ਅਟੈਚ ਹੋ ਜਾਂਦਾ ਹੈ। ਲੋਕ ਕਹਿਣ ਲੱਗ ਜਾਂਦੇ, ਕਿਸੇ ਨੂੰ ਵੀ ਅਗਰ ਮਾਨਸਿਕ ਰੋਗ ਹੈ ਤਾਂ ਲੋਕ ਉਹਨੂੰ ਇਹ ਕਹਿਣ ਲੱਗ ਜਾਣਗੇ ਵੀ ਇਹ ਤਾਂ ਕ੍ਰੇਜ਼ੀ ਹੈ, ਇਹ ਤਾਂ ਪਾਗਲ ਹੈ। ਤਾਂ ਲੋਕ ਇਸ ਚੱਕਰ ਦੇ ਕਰਕੇ ਇਸ ਲੇਬਲ ਤੋਂ ਬਚਣ ਲਈ ਲੋਕ ਅੱਗੇ ਆ ਕੇ ਗੱਲ ਹੀ ਨਹੀਂ ਕਰਦੇ। ਜਦ ਕਿ ਆਪਾਂ ਸੁਸਾਈਡ ਦੀ ਗੱਲ ਕਰੀਏ, ਸੁਸਾਈਡ ਦੇ ਵਿੱਚ ਵੀ 90% ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਮਾਨਸਿਕ ਰੋਗ ਹੁੰਦਾ ਹੈ, ਜਿਵੇਂ ਕਿ ਡਿਪਰੈਸ਼ਨ ਹੋ ਗਿਆ, OCD ਹੋ ਗਿਆ, ਐਂਜ਼ਾਈਟੀ ਡਿਸਆਰਡਰਸ ਹੋ ਗਏ, ਪਰਸਨੈਲਿਟੀ ਡਿਸਆਰਡਰਸ ਹੋ ਗਏ। ਇਸ ਤਰ੍ਹਾਂ ਬਹੁਤ ਸਾਰੇ ਮਾਨਸਿਕ ਰੋਗ ਵੀ ਉਹਨਾਂ ਨੂੰ ਹੁੰਦੇ ਨੇ ਜਦੋਂ ਕੋਈ ਸੁਸਾਈਡ ਅਟੈਂਪਟ ਕਰਦਾ ਹੈ। ਡਾਕਟਰ ਸਾਹਿਬ, ਕਿਉਂਕਿ ਤੁਸੀਂ ਮਨੋਵਿਗਿਆਨ ਦੇ ਵਿਦਿਆਰਥੀ ਹੋ, ਇੱਕ ਚੀਜ਼ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਡਿਪਰੈਸ਼ਨ ਦੀ ਗੱਲ ਕਰਦੇ ਹਾਂ ਤਾਂ ਡਿਪਰੈਸ਼ਨ ਸਾਰੇ ਅੱਜ ਕੱਲ੍ਹ ਹਰ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹਾਂ। ਡਿਪਰੈਸ਼ਨ ਜਿਹੜਾ ਮਨੋਵਿਗਿਆਨ ਦੀ ਭਾਸ਼ਾ ਦੇ ਵਿੱਚ ਡਿਪਰੈਸ਼ਨ ਹੈ ਕੀ ਹੈ? ਡਿਪਰੈਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਨੂੰ ਹੋਪਲੈਸਨੈਸ ਹੋ ਜਾਂਦੀ ਹੈ ਫਿਊਚਰ ਦੇ ਬਾਰੇ, ਜਾਂ ਆਪਾਂ ਬਹੁਤ ਜ਼ਿਆਦਾ ਹੈਲਪਲੈਸਨੈਸ ਮਹਿਸੂਸ ਕਰਦੇ ਹਾਂ। ਇੰਡੀਵਿਜੂਅਲ ਬਹੁਤ ਜ਼ਿਆਦਾ ਸੈਡ ਹੋ ਜਾਂਦਾ ਹੈ, ਲਾਈਫ ਨੂੰ ਲੈ ਕੇ ਕੋਈ ਇੱਛਾ ਨਹੀਂ ਰਹਿੰਦੀ। ਤਾਂ ਉਹਦੇ ਅਗਰ ਆਪਾਂ ਡਿਪਰੈਸ਼ਨ ਨੂੰ ਸੁਸਾਈਡ ਨਾਲ ਜੋੜੀਏ ਤਾਂ ਡਿਪਰੈਸ਼ਨ ਦੇ ਵਿੱਚ ਜਦੋਂ ਵੀ ਇੰਡੀਵਿਜੂਅਲ ਡਿਪਰੈਸਡ ਹੁੰਦਾ ਹੈ ਤਾਂ ਉਹਦੇ ਵਿੱਚ ਇੱਕ ਬਾਇਓਲੋਜੀਕਲ ਰੀਜ਼ਨ ਇਹ ਆ ਜਾਂਦਾ ਹੈ ਕਿ ਸੀਰੋਟੋਨਿਨ ਲੈਵਲ ਜਿਹੜਾ ਹੈ ਆਪਣਾ ਉਹ ਘਟ ਜਾਂਦਾ ਹੈ। ਤੇ ਜਿਵੇਂ ਡਿਪਰੈਸ਼ਨ ਸੁਸਾਈਡ ਨਾਲ ਲਿੰਕ ਕਰਦਾ ਹੈ ਤਾਂ ਜਿਹੜੇ ਲੋਕ ਸੁਸਾਈਡ ਅਟੈਂਪਟ ਕਰਦੇ ਨੇ ਉਹਨਾਂ ਦੇ ਵਿੱਚ ਵੀ ਸੀਰੋਟੋਨਿਨ ਲੈਵਲ ਦਾ ਘੱਟ ਹੀ ਦੇਖਿਆ ਜਾਂਦਾ ਹੈ ਜੀ। ਤੇ ਡਿਪਰੈਸ਼ਨ ਜਦੋਂ ਹੁੰਦਾ ਹੈ ਅਗਰ ਉਹਨੂੰ ਟ੍ਰੀਟ ਨਾ ਕੀਤਾ ਜਾਵੇ ਤਾਂ ਬਹੁਤ ਵਾਰੀ ਦੇਖਿਆ ਗਿਆ ਹੈ ਕਿ ਡਿਪਰੈਸਡ ਇੰਡੀਵਿਜੂਅਲ ਜਿਹੜਾ ਹੈ ਉਹ ਸੁਸਾਈਡ ਅਟੈਂਪਟ ਕਰ ਹੀ ਲੈਂਦਾ ਹੈ। ਡਾਕਟਰ ਸਾਹਿਬ, ਡਿਪਰੈਸ਼ਨ ਤੋਂ ਇੱਕ ਅਗਲੀ ਸਟੇਜ ਆਉਂਦੀ ਹੈ ਜਿਹੜੀ ਸੁਸਾਈਡ ਦੀ ਜਾਂ ਆਤਮ ਹੱਤਿਆ। ਤਾਂ ਸਾਨੂੰ ਕਿੰਝ ਪਤਾ ਚੱਲਦਾ ਕਿ ਕੋਈ ਇਨਸਾਨ ਜਿਹੜਾ ਹੈ ਉਹ ਇਸ ਕਦਰ ਪਰੇਸ਼ਾਨ ਹੈ ਕਿ ਉਹ ਇੰਝ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚ ਰਿਹਾ ਹੈ? ਕਿਹੜੇ ਉਹਦੇ ਸਿੰਪਟਮਸ ਕਿਹੜੇ ਹੁੰਦੇ ਆ ਜਿੱਥੇ ਤੁਸੀਂ ਅੰਦਾਜ਼ਾ ਲਗਾ ਸਕੀਏ ਕਿ ਕੋਈ ਇਨਸਾਨ ਇੰਝ ਸੋਚ ਰਿਹਾ ਹੈ? ਦੇਖੋ, ਸੁਸਾਈਡ ਦੇ ਬਹੁਤ ਸਾਰੇ ਵਾਰਨਿੰਗ ਸਾਈਨਸ ਹੁੰਦੇ ਆ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਵਰਬਲ ਸਾਈਨਸ ਦੀ, ਤਾਂ ਵਰਬਲ ਸਾਈਨਸ ਦੇ ਵਿੱਚ ਜਿਹੜਾ ਇੰਡੀਵਿਜੂਅਲ ਹੈ ਉਹ ਇਸ ਤਰ੍ਹਾਂ ਦੀ ਗੱਲਾਂ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਵੇਂ ਕਿ ਮੈਂ ਕਾਸ਼ ਮੈਂ ਜ਼ਿੰਦਾ ਨਾ ਰਹਾ, ਠੀਕ ਹੈ, ਵਿਸ਼ ਕਰਨਾ ਸ਼ੁਰੂ ਕਰ ਦਿੰਦਾ ਕਿ ਮੈਂ ਮਰ ਜਾ, ਠੀਕ ਹੈ। ਉਹ ਡੈਥ ਦੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਉਹਨੂੰ ਉਹਦੇ ਬਿਹੇਵੀਅਰ ਦੇ ਵਿੱਚ ਚੇਂਜਸ ਆ ਜਾਂਦੀਆਂ ਨੇ ਜੀ। ਬਿਹੇਵੀਅਰ ਦੇ ਵਿੱਚ ਜਿਵੇਂ ਖਾਣਾ ਪੀਣਾ ਦਾ ਪੈਟਰਨ ਚੇਂਜ ਹੋ ਜਾਂਦਾ ਹੈ, ਸੌਣ ਦਾ ਪੈਟਰਨ ਚੇਂਜ ਹੋ ਜਾਂਦਾ ਹੈ। ਅਗਰ ਕੋਈ ਇੰਡੀਵਿਜੂਅਲ ਬਾਹਰ ਘੁੰਮਣਾ ਪਸੰਦ ਕਰਦਾ ਸੀ ਪਹਿਲਾਂ, ਹੁਣ ਉਹ ਇਕੱਲਾ ਰਹਿਣਾ ਸ਼ੁਰੂ ਕਰ ਦਿੰਦਾ ਹੈ। ਸੋਸ਼ਲ ਆਈਸੋਲੇਸ਼ਨ ਹੋ ਜਾਂਦੀ ਹੈ, ਜਿਹੜਾ ਕਿ ਬਹੁਤ ਵੱਡਾ ਇੱਕ ਰੀਜ਼ਨ ਹੈ ਜਦੋਂ ਸੁਸਾਈਡ ਕਰਦੇ ਆ। ਤੇ ਉਸ ਤੋਂ ਇਲਾਵਾ ਇੰਡੀਵਿਜੂਅਲ ਨੂੰ ਐ ਲੱਗਣਾ ਸ਼ੁਰੂ ਹੋ ਜਾਂਦਾ ਕਿ ਮੈਂ ਦੂਸਰਿਆਂ ਤੇ ਬਰਡਨ ਆ। ਮਤਲਬ ਇਸ ਤਰ੍ਹਾਂ ਦੇ ਵਾਰਨਿੰਗ ਸਾਈਨਸ ਹੁੰਦੇ ਨੇ ਜਿਹੜੇ ਕਿ ਆਪਾਂ ਦੇਖ ਕੇ ਪਤਾ ਕਰ ਸਕਦੇ ਹਾਂ। ਜੈਸਟਰਸ ਚੇਂਜ ਹੋ ਜਾਂਦੇ ਆ ਇੰਡੀਵਿਜੂਅਲ ਦੇ, ਠੀਕ ਹੈ। ਉਹ ਬਹੁਤ ਨੈਗੇਟਿਵ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਜੀ। ਜੋ ਵੀ ਉਹਦੀ ਬਿਲੋਂਗਿੰਗਸ ਹੁੰਦੀਆਂ ਨੇ, ਜਿਵੇਂ ਕਿ ਉਹਦੇ ਕੋਲ ਕੋਈ ਪ੍ਰਾਪਰਟੀ ਹੈ ਜਾਂ ਕੁਝ ਹੈ, ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ, ਲੋਕਾਂ ਨੂੰ ਹੈਂਡ ਓਵਰ ਕਰਨ ਦੀ ਗੱਲਾਂ ਕਰਨ ਲੱਗ ਜਾਂਦਾ ਹੈ।
ਲੋਕਾਂ ਨੂੰ ਫੋਨ ਕਰਕੇ ਗੁੱਡ ਬਾਏ ਕਹਿਣ ਦੀ ਗੱਲਾਂ ਕਰਦਾ ਹੈ। ਪਰ ਵਾਰਨਿੰਗ ਸਾਈਨਸ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਆਪਾਂ ਉਸ ਨੂੰ ਬਹੁਤ ਲਾਈਟ ਲੈ ਜਾਂਦੇ ਹਾਂ। ਲੇਕਿਨ ਵਾਰਨਿੰਗ ਸਾਈਨਸ ਅਗਰ ਆਪਾਂ ਨੋਟਿਸ ਕਰ ਰਹੇ ਹਾਂ ਤਾਂ ਉੱਥੇ ਬਹੁਤ ਜ਼ਰੂਰੀ ਹੈ ਕਿ ਉਸ ਇਨਸਾਨ ਨੂੰ ਆਪਾਂ ਹੈਲਪ ਪ੍ਰੋਵਾਈਡ ਕਰੀਏ। ਹੁਣ ਜਿਵੇਂ ਸੁਸਾਈਡ ਦੇ ਵਿੱਚ 3 ਸਟੇਜਸ ਆਉਂਦੀਆਂ ਨੇ। ਸਭ ਤੋਂ ਪਹਿਲੀ ਸਟੇਜ ਹੈ ਸੁਸਾਈਡ ਆਈਡੀਏਸ਼ਨ ਜੀ। ਉਹਦੇ ਵਿੱਚ ਇੰਡੀਵਿਜੂਅਲ ਨੂੰ ਥਾਟਸ ਆਣੇ ਸ਼ੁਰੂ ਹੋ ਜਾਂਦੇ ਆ ਸੁਸਾਈਡ ਦੇ, ਪਰ ਇੱਥੇ ਉਹਦੀ ਜੀਣ ਦੀ ਇੱਛਾ ਇਹਦੇ ਬਹੁਤ ਜ਼ਿਆਦਾ ਹੈ ਜੀ। ਲੇਕਿਨ ਸੈਕਿੰਡ ਸਟੇਜ ਜਿਹੜੀ ਹੈਗੀ ਆ ਥ੍ਰੈਟਨਿੰਗ ਸਟੇਜ, ਉਹਦੇ ਵਿੱਚ ਇੰਡੀਵਿਜੂਅਲ ਕੀ ਕਰਦਾ ਹੈ, ਪਲੈਨਿੰਗ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਸਰਚ ਕਰਨਾ ਸ਼ੁਰੂ ਕਰ ਦਿਓ ਵੀ ਮੈਂ ਕਿਵੇਂ ਸੁਸਾਈਡ ਕਰ ਸਕਦਾ, ਪੁਰਾਣੇ ਕੇਸਿਸ ਦੇਖਣਾ ਸ਼ੁਰੂ ਕਰ ਦਿਓ। ਠੀਕ ਹੈ, ਤੇ ਉਹਦੇ ਵਿੱਚ ਫਿਰ ਕੀ ਹੈ, ਉਹ ਪਲੈਨਿੰਗ ਪੂਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਹੁਣ ਕਿਵੇਂ ਸੁਸਾਈਡ ਕਰਾਂ ਜੀ। ਐਂਡ ਫਾਈਨਲ ਸਟੇਜ ਜਿਹੜੀ ਆਉਂਦੀ ਹੈ ਉਹ ਆਉਂਦੀ ਹੈ ਅਟੈਂਪਟ ਦੀ, ਜਦੋਂ ਇੰਡੀਵਿਜੂਅਲ ਫਾਈਨਲੀ ਸੁਸਾਈਡ ਕਮਿਟ ਕਰ ਲੈਂਦਾ ਹੈ ਜੀ। ਡਾਕਟਰ ਸਾਹਿਬ, ਕੀ ਕਾਰਨ ਨੇ ਕਿ ਕੋਈ ਇਨਸਾਨ ਇਸ ਕਦਰ ਪਰੇਸ਼ਾਨ ਕਿਵੇਂ ਹੋ ਸਕਦਾ ਹੈ, ਜਾਂ ਕਿਹੜੇ ਕਾਰਨ ਨੇ ਜਿਹੜੇ ਉਹ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਵੱਖਰੇ ਵੱਖਰੇ ਘਟਨਾਕ੍ਰਮ ਵਾਪਰਦੇ ਨੇ, ਪਰ ਕੋਈ ਇਨਸਾਨ ਇਸ ਕਦਰ ਤੱਕ ਕਿਵੇਂ ਬੇਹੋਸ਼ ਹੋ ਸਕਦਾ ਹੈ ਕਿ ਉਹ ਇੰਨਾ ਹਤਾਸ਼ ਹੋ ਗਿਆ ਕਿ ਜਾਨ ਦੇਣ ਦੀ ਕੋਸ਼ਿਸ਼ ਕਰੇ? ਕਾਰਨ ਜਿਹੜੇ ਨੇ ਉਹ ਬਹੁਤ ਸਾਰੇ ਨੇ, ਚਾਹੇ ਆਪਾਂ ਬਾਇਓਲੋਜੀਕਲ ਕਾਰਨ ਦੀ ਗੱਲ ਕਰੀਏ, ਜੈਨੇਟਿਕ ਕਾਰਨ ਹੁੰਦੇ ਨੇ, ਸਾਈਕੋਲੋਜੀਕਲ ਹੋ ਗਏ, ਕਲਚਰਲ ਰੀਜ਼ਨਸ ਹੋ ਗਏ। ਤਾਂ ਉਸ ਵਿੱਚ ਮੇਨ ਜਿਹੜੇ ਕਾਰਨ ਨੇ ਉਹਦੇ ਬਾਰੇ ਹੀ ਗੱਲ ਕਰਾਂਗੀ। ਸਭ ਤੋਂ ਪਹਿਲਾ ਕਾਰਨ ਹੈ ਕਿ ਇੰਡੀਵਿਜੂਅਲ ਨੂੰ ਕੋਈ ਮੈਂਟਲ ਡਿਸਆਰਡਰ ਹੈ। ਠੀਕ ਹੈ, ਉਹ ਮੈਂ ਪਹਿਲਾਂ ਹੀ ਦੱਸਦਾ ਤੁਹਾਨੂੰ ਵੀ ਬਹੁਤ ਸਾਰੇ ਨੇ। ਉਹ ਐਂਜ਼ਾਈਟੀ ਡਿਸਆਰਡਰ ਆ ਗਏ, ਡਿਪਰੈਸ਼ਨ ਆ ਗਿਆ, ਸਿਜ਼ੋਫਰੇਨੀਆ ਆ ਗਿਆ, ਬਾਈਪੋਲਰ ਡਿਸਆਰਡਰ ਆ ਗਿਆ, OCD ਆ ਗਿਆ। ਠੀਕ ਹੈ, ਜਾਂ ਸੈਲਫ ਹਾਰਮ ਟੈਂਡੈਂਸੀਜ਼ ਨੇ ਇੰਡੀਵਿਜੂਅਲ ਦੀਆਂ, ਪਰਸਨੈਲਿਟੀ ਡਿਸਆਰਡਰ ਹੋ ਗਿਆ। ਉਸ ਤੋਂ ਇਲਾਵਾ ਹੈ ਕਿ ਅਗਰ ਆਪਾਂ ਯੂਥ ਦੀ ਗੱਲ ਕਰੀਏ, ਹੁਣ ਯੂਥ ਦੇ ਵਿੱਚ ਤਾਂ ਬਹੁਤ ਛੋਟੇ ਛੋਟੇ ਕਾਰਨ ਤੋਂ ਲੈ ਕੇ ਵੱਡੇ ਕਾਰਨ ਵੀ ਹੋ ਸਕਦੇ ਆ, ਜਿਵੇਂ ਕਿ ਮਾਰਕਸ ਘੱਟ ਆਏ, ਅਕੈਡਮਿਕ ਪਰਫਾਰਮੈਂਸ ਲੋ ਚਲੀ ਗਈ। ਠੀਕ ਹੈ, ਸਾਈਬਰ ਬੁਲਿੰਗ, ਅੱਜ ਕੱਲ੍ਹ ਇੰਨਾ ਜ਼ਿਆਦਾ ਸਾਈਬਰ ਬੁਲਿੰਗ ਹੋ ਰਿਹਾ ਹੈ ਨੈਟ ਤੇ, ਜਿਹਦੇ ਕਰਕੇ ਬੱਚੇ ਜਿਹੜੇ ਹੈ ਉਹ ਸੁਸਾਈਡ ਅਟੈਂਪਟ ਕਰ ਲੈਂਦੇ ਨੇ। ਜਿਹਦੇ ਵਿੱਚ ਮੈਂ ਇੱਕ ਮੈਂਸ਼ਨ ਕਰਨਾ ਚਾਹੂੰਗੀ ਬਲੂ ਵੇਲ ਗੇਮ ਬਾਰੇ ਜੀ। ਇੱਕ ਦੋ ਕੁ ਵਾਰੀ ਪਹਿਲਾਂ ਕਾਫੀ ਰੁਝਾਨ ਸੀ। ਇੱਕ ਗੇਮ ਆਈ ਸੀ ਜਿਹਦੇ ਵਿੱਚ ਕੁਝ ਟਾਸਕ ਦਿੱਤੇ ਜਾਂਦੇ ਸੀ ਜੀ, ਤੇ ਬੱਚਾ ਉਹ ਟਾਸਕ ਕਰਦਾ ਕਰਦਾ ਐਂਡ ਵਾਲੀ ਸਟੇਜ ਆਉਂਦੀ ਸੀ ਜਿਸ ਬੱਚਾ ਸੁਸਾਈਡ ਕਰ ਲੈਂਦਾ ਸੀ। ਮਤਲਬ ਉਹ ਐਜੀ ਪੋਪੂਲੇਸ਼ਨ ਨੂੰ ਟਾਰਗੇਟ ਕਰਦੇ ਸੀ ਜਿਹੜੇ ਵਲਨਰੇਬਲ ਨੇ ਜਾਂ ਜਿਹੜੇ ਵੀਕ ਨੇ। ਠੀਕ ਹੈ, ਜਿਹੜਾ ਜਲਦੀ, ਜਿਹੜੇ ਡਿਪਰੈਸ ਨੇ ਤੇ ਮਾਨਸਿਕ ਤੌਰ ਤੇ ਜਿਹੜੇ ਵੀਕ ਨੇ ਜੀ। ਹੁਣ ਉਸੇ ਤਰ੍ਹਾਂ ਅਗਰ ਆਪਾਂ ਗੱਲ ਕਰੀਏ ਕਿ ਸੁਸਾਈਡ ਜਿਹੜੀ ਹੈ ਉਹ ਕੰਟੇਜੀਅਸ ਹੈ। ਮਤਲਬ ਕਿ ਤੁਸੀਂ ਸੁਣਿਆ ਹੋਵੇਗਾ ਪਿਛਲੇ ਸਾਲ ਇੱਕ ਨਿਊਜ਼ ਆਈ ਸੀ ਜਿਹਦੇ ਵਿੱਚ ਮਾਸ ਸੁਸਾਈਡ ਦੀ ਗੱਲ ਕੀਤੀ ਗਈ ਸੀ। ਦਿੱਲੀ ਦੇ ਵਿੱਚ ਇੱਕ ਪੂਰੇ ਪਰਿਵਾਰ ਨੇ ਸੁਸਾਈਡ ਕਰ ਲਿਆ ਸੀ, ਹੈ ਨਾ। ਉਹਨੂੰ ਆਪਾਂ ਮਾਸ ਸੁਸਾਈਡ ਕਹਿੰਦੇ ਆ ਜੀ, ਕਿਉਂਕਿ ਸੁਸਾਈਡ ਕੰਟੇਜੀਅਸ ਵੀ ਹੈ ਵੀ ਇੰਨੇ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਆਪਸ ਚ ਉਹਨਾਂ ਨੇ ਜਿਹਨੂੰ ਇਨਫਲੂਐਂਸ ਕਰ ਦਿੱਤਾ ਤੇ ਆਖਿਰਕਾਰ ਉਹਨਾਂ ਨੇ ਸੁਸਾਈਡ ਕਰ ਲਈ ਜੀ। ਠੀਕ ਹੈ, ਉਸੇ ਤਰ੍ਹਾਂ ਅਨਐਮਪਲੋਇਮੈਂਟ ਹੋ ਗਿਆ, ਫਾਈਨੈਂਸ਼ੀਅਲ ਕ੍ਰਾਈਸਿਸ ਹੋ ਗਏ। ਠੀਕ ਹੈ, ਇੰਡੀਵਿਜੂਅਲ ਕੋਈ ਬਹੁਤ ਅਗਰੈਸਿਵ ਹੈ, ਇੰਪਲਸਿਵ ਹੈ, ਉਹ ਸੁਸਾਈਡ ਵੱਲ ਜਾ ਸਕਦਾ ਹੈ। ਠੀਕ ਹੈ, ਉਸ ਤੋਂ ਇਲਾਵਾ ਅਗਰ ਆਪਾਂ ਹੋਰ ਸਾਈਕੋਲੋਜੀਕਲ ਰੀਜ਼ਨਸ ਦੀ ਗੱਲ ਕਰੀਏ ਤਾਂ ਹੋਪਲੈਸਨੈਸ ਜੀ, ਕੋਈ ਹੋਪ ਹੀ ਨਹੀਂ ਹੈ ਲਾਈਫ ਬਾਰੇ, ਉਹ ਸੁਸਾਈਡ ਅਟੈਂਪਟ ਕਰ ਲੈਂਦੇ ਆ। ਫੈਮਿਲੀ ਇਸ਼ੂਜ਼ ਹੋ ਗਏ। ਠੀਕ ਹੈ, ਇਸ ਤਰ੍ਹਾਂ ਹੋਰ देयर आर n नंबर ऑफ रीजंस फॉर सुसाइड। ਪਰ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਸੁਸਾਈਡ ਕਰਦਾ ਹੈ ਉਹਨੇ ਹਮੇਸ਼ਾ ਸੋਚਿਆ ਹੀ ਹੁੰਦਾ ਹੈ ਕਿ ਉਹ ਸੁਸਾਈਡ ਕਰੂਗਾ। ਲਾਸਟ ਮਿੰਟ ਤੱਕ ਅਗਰ ਉਹਨੂੰ ਕੋਈ ਹੈਲਪ ਪ੍ਰੋਵਾਈਡ ਕਰ ਦੇਵੇ ਤਾਂ ਹੋ ਸਕਦਾ ਹੈ ਉਹ ਸੁਸਾਈਡ ਨਾ ਕਰੇ। ਆਖਰੀ ਮਿੰਟ ਤੱਕ, ਮਤਲਬ ਇੱਕ ਕੇਸ ਸੀ ਮੈਂ ਡਿਸਕਸ ਕਰਨਾ ਚਾਹੂੰਗੀ, ਉਹਦੇ ਵਿੱਚ ਇੱਕ ਇੰਡੀਵਿਜੂਅਲ ਨੂੰ ਐ ਲੱਗਿਆ ਕਿ ਮੈਂ ਸੁਸਾਈਡ ਕਰਨੀ ਹੈ, ਜਾਂ ਪਹਿਲਾਂ ਪਰੇਸ਼ਾਨ ਸੀ ਤਾਂ ਸੁਸਾਈਡ ਤੱਕ ਨੌਬਤ ਆ ਗਈ ਸੀ। ਲਾਸਟ ਮਿੰਟ ਦੇ ਵਿੱਚ ਵੀ ਉਹ ਕਿਸੇ ਨੂੰ ਮੈਸੇजेस ਕਰ ਰਿਹਾ ਸੀ, ਬਟ ਜਿਵੇਂ ਕਿ ਆਪਾਂ ਨਾਰਮਲੀ ਮੈਸੇजेस ਨੂੰ ਨਹੀਂ ਦੇਖਦੇ, ਆਪਾਂ ਇਗਨੋਰ ਕਰ ਦਿੰਦੇ ਆ। ਜੇ ਉਸ ਟਾਈਮ ਤੇ ਉਹਨੂੰ ਕੋਈ ਸਪੋਰਟ ਮਿਲ ਜਾਂਦਾ ਜੀ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਆਪਾਂ ਨੂੰ ਕੋਈ ਸੁਣਨ ਵਾਲਾ ਨਹੀਂ, ਜੇ ਉਹਨੂੰ ਉੱਥੇ ਕੋਈ ਇਮੋਸ਼ਨਲ ਹੈਲਪ ਮਿਲ ਜਾਂਦੀ, ਕੋਈ ਸਪੋਰਟ ਮਿਲ ਜਾਂਦਾ ਤਾਂ ਹੋ ਸਕਦਾ ਸੀ ਉਹ ਸੁਸਾਈਡ ਨਾ ਕਰਦਾ ਜੀ। ਠੀਕ ਹੈ, ਸਿਮਿਲਰਲੀ ਕਿਸੇ ਦੀ ਲਾਈਫ ਦੇ ਵਿੱਚ ਕੋਈ ਟਰੋਮੈਟਿਕ ਐਕਸਪੀਰੀਐਂਸਿਸ ਹੋਣ, ਜਿਵੇਂ ਸੈਕਸ਼ੂਅਲ ਅਬਿਊਜ਼ ਹੋ ਗਿਆ, ਫਿਜ਼ੀਕਲ ਅਬਿਊਜ਼ ਹੋ ਗਿਆ, ਉਹਦੇ ਕਰਕੇ ਵੀ ਕਈ ਲੋਕ ਸੁਸਾਈਡ ਕਰ ਲੈਂਦੇ ਆ। ਟਰਾਮਾ ਜਿਹਦੇ ਆਪਾਂ ਗੱਲ ਕਰਦੇ ਆ, ਟਰਾਮਾ ਹੋ ਗਿਆ। ਇਸ ਤਰ੍ਹਾਂ ਇਹ ਸਾਰੇ ਰੀਜ਼ਨਸ ਨੇ ਜਿਹਦੇ ਕਰਕੇ ਇੰਡੀਵਿਜੂਅਲ ਜਿਹੜੇ ਹੈ ਸੁਸਾਈਡ ਕਰ ਲੈਂਦੇ ਆ।
ਫਿਰ ਇੱਕ ਗੱਲ ਹੋਰ ਮੈਂ ਇੱਥੇ ਦੱਸਣਾ ਚਾਹੂੰਗੀ ਕਿ ਸੁਸਾਈਡ ਜਿਹੜੇ ਲੋਕ ਕਰਦੇ ਨੇ, ਕਈ ਵਾਰੀ ਫੈਮਿਲੀ ਹਿਸਟਰੀ ਦੇ ਵਿੱਚ ਹੁੰਦਾ ਸੁਸਾਈਡ ਜੀ, ਹੈ ਨਾ, ਜਾਂ ਜਿਵੇਂ ਪਹਿਲਾਂ ਕਿਸੇ ਨੇ ਅਟੈਂਪਟ ਕੀਤਾ ਹੁੰਦਾ, ਹੂੰ, ਸਕਸੈਸਫੁਲ ਨਹੀਂ ਹੋਈ ਲੇਕਿਨ ਪਹਿਲਾਂ ਅਟੈਂਪਟ ਕੀਤਾ ਹੈ, ਤਾਂ ਅਟੈਂਪਟ ਕੀਤਾ ਪਹਿਲਾਂ ਤਾਂ ਇੱਕ ਵਾਰਨਿੰਗ ਸਾਈਨ ਵੀ ਬਣ ਗਿਆ। ਠੀਕ ਹੈ। ਤੇ ਦੂਸਰੀ ਗੱਲ ਇਹ ਹੈ ਕਿ ਜਿਹਨੇ ਸੁਸਾਈਡ, ਜਿਹੜੇ ਫੈਮਿਲੀ ਦੇ ਵਿੱਚ ਅਗਰ ਉਹਨਾਂ ਨੇ ਪਹਿਲਾਂ ਸੁਸਾਈਡ ਕੀਤੀ ਹੈ ਕਿਸੇ ਨੇ, ਤਾਂ ਉੱਥੇ ਵੀ ਰਿਸਕ ਫੈਕਟਰ ਜ਼ਿਆਦਾ ਬਣ ਜਾਂਦਾ ਹੈ ਕਿ ਇੰਡੀਵਿਜੂਅਲ ਸੁਸਾਈਡ ਅਟੈਂਪਟ ਕਰਦੇ। ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੇ ਨੇ ਬਹੁਤ ਸਾਰੇ ਕਾਰਨ ਹੁੰਦੇ ਆ ਹਰ ਕਿਸੇ ਦੇ, ਜਦੋਂ ਕੋਈ ਸੁਸਾਈਡ ਬਾਰੇ ਸੋਚਦਾ, ਤਾਂ ਕਈ ਵਾਰ ਸਾਡੇ ਸਾਹਮਣੇ ਜਿਹੇ ਕੇਸ ਹੁੰਦੇ ਨੇ, ਸਾਨੂੰ ਦੇਖ ਕੇ ਸਮਝ ਵੀ ਆ ਜਾਂਦੀ ਹੈ, ਅਸੀਂ ਉਹ ਸਿੰਪਟਮ ਸਾਨੂੰ ਨਜ਼ਰ ਵੀ ਆਉਂਦੇ ਨੇ ਕਿ ਕੋਈ ਬੰਦਾ ਜਿਹੜਾ ਹੈ ਉਹ ਬਹੁਤ ਪਰੇਸ਼ਾਨ ਹੈ, ਉਹ ਡਿਪਰੈਸ਼ਨ ਦੇ ਵਿੱਚ ਹੈ ਜਾਂ ਗੱਲ ਉਸ ਤੋਂ ਵੀ ਅੱਗੇ ਵੱਧ ਚੁੱਕੀ ਹੈ, ਤਾਂ ਅਸੀਂ ਅਜਿਹੇ ਇਨਸਾਨ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ ਜਾਂ ਕਿਸ ਤਰ੍ਹਾਂ ਰੋਕ ਸਕਦੇ ਹਾਂ ਉਹਨੂੰ ਅਜਿਹਾ ਕਰਨ ਤੋਂ? ਦੇਖੋ, ਅਗਰ ਆਪਾਂ ਗੱਲ ਕਰੀਏ ਵੀ ਜਿਹੜੇ ਇੰਡੀਵਿਜੂਅਲਸ ਸੁਸਾਈਡ ਕਰਨਾ ਚਾਹੁੰਦੇ ਨੇ ਜਾਂ ਕਰ ਲੈਂਦੇ ਨੇ, ਜਾਂ ਟੈਂਡੈਂਸੀਜ਼ ਨੇ ਜਾਂ ਉਹਨਾਂ ਦੇ ਵਾਰਨਿੰਗ ਸਾਈਨ ਨਜ਼ਰ ਆ ਰਹੇ ਨੇ, ਹੁਣ ਉਹ ਕਈ ਵਾਰੀ ਆਪ ਟ੍ਰੀਟਮੈਂਟ ਲਈ ਅੱਗੇ ਨਹੀਂ ਆਉਂਦੇ ਜੀ, ਹੈ ਨਾ, ਵੀ ਉਹ ਕਿਸੇ ਨੂੰ ਦੱਸ ਨਹੀਂ ਪਾਉਂਦੇ ਕਿਉਂਕਿ ਕੋਈ ਸੁਣ ਕੇ ਰਾਜ਼ੀ ਨਹੀਂ ਹੈ, ਹੈ ਨਾ, ਤੇ ਕਿਉਂਕਿ ਬਿਕੋਜ਼ ਆਫ ਸਟਿਗਮਾ ਲੋਕ ਨਹੀਂ ਸੁਣਦੇ ਜਾਂ ਫਿਰ ਨਹੀਂ ਸੁਣਨਾ ਚਾਹੁੰਦੇ। ਹੈਲਥ ਦੀ ਗੱਲ ਜਦੋਂ ਆਪਾਂ ਕਹਿੰਦੇ ਆ ਤਾਂ ਫਿਰ ਉਹਦੀ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਲੇਕਿਨ ਇੱਥੇ ਕੀ ਹੈ ਕਿ ਅਗਰ ਤੁਸੀਂ ਆਬਜ਼ਰਵ ਕਰਦੇ ਹੋ ਕਿ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਇੰਡੀਵਿਜੂਅਲ ਹੈ ਜਿਹਦੇ ਵਿੱਚ ਤੁਸੀਂ ਵਾਰਨਿੰਗ ਸਾਈਨਸ ਦੇਖੇ ਨੇ, ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਉਹ ਰਿਸਕ ਦੇ ਵਿੱਚ ਹੈ, ਉਹ ਰੈੱਡ ਅਲਰਟ ਦੇ ਰਿਹਾ ਹੈ ਕਿ ਉਹ ਸੁਸਾਈਡ ਕਰ ਸਕਦਾ ਹੈ, ਜੀ, ਸਭ ਤੋਂ ਇੰਪੋਰਟੈਂਟ ਚੀਜ਼ ਹੈ ਸੁਣੋ, ਐਕਟਿਵ ਲਿਸਨਿੰਗ, ਕਮਿਊਨੀਕੇਸ਼ਨ ਬਹੁਤ ਜ਼ਰੂਰੀ ਹੈ। ਤੁਸੀਂ, ਤੁਹਾਡਾ ਫਰੈਂਡ ਹੈ, ਤੁਹਾਡਾ ਰਿਲੇਟਿਵ ਹੈ, ਕੋਈ ਵੀ ਹੈ ਜੋ ਇਸ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਹੈ, ਤਾਂ ਉਸਨੂੰ ਬਿਨਾਂ ਜਜਮੈਂਟ ਦੇ, ਨॉन ਜਜਮੈਂਟਲ ਹੋ ਕੇ ਉਹਨੂੰ ਸੁਣਿਆ ਜਾਵੇ ਜੀ, ਕਿਉਂਕਿ ਆਪਾਂ ਨੂੰ ਸੁਣਨ ਵਾਲਾ ਇੱਥੇ ਕੋਈ ਨਹੀਂ ਮਿਲਦਾ। ਅਗਰ ਆਪਾਂ ਇਹ ਕਹਿੰਦੇ ਆ ਕਿ ਅਗਰ ਆਪਾਂ ਉਹਨੂੰ ਕੁਐਸਚਨਿੰਗ ਪੁੱਛਦੇ ਆ ਜਾਂ ਆਪਾਂ ਕੁਐਸਚਨ ਆਸਕ ਕਰਦੇ ਆ ਵੀ ਤੁਸੀਂ ਆਪਾਂ ਕੋਸ਼ਿਸ਼ ਕਰੋ ਪਤਾ ਕਰਨ ਲਈ ਕਿ ਉਹਨੂੰ ਕਿਸ ਤਰ੍ਹਾਂ ਦੇ ਥਾਟਸ ਆਉਂਦੇ, ਉਹਦੀ ਹੁਣ ਕਰੰਟ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ। ਜੀ, ਠੀਕ ਹੈ, ਕਿਉਂਕਿ ਆਪਾਂ ਨੂੰ ਇਹ ਲੱਗਦਾ ਹੈ, ਲੋਕ ਇਹ ਕਹਿੰਦੇ ਨੇ ਵੀ ਅਗਰ ਆਪਾਂ ਗੱਲ ਕੀਤੀ ਸੁਸਾਈਡ ਬਾਰੇ ਤਾਂ ਆਪਾਂ ਉਸ ਵਿਅਕਤੀ ਦੇ ਦਿਮਾਗ ਦੇ ਵਿੱਚ ਇੰਡਿਊਸ ਕਰ ਰਹੇ ਹਾਂ ਕਿ ਉਹ ਸੁਸਾਈਡ ਕਰ ਲੇ, ਜਾਂ ਆਪਾਂ ਪਲੈਨਿੰਗ ਚ ਉਹਦੀ ਹੈਲਪ ਕਰ ਰਹੇ ਹਾਂ। ਐਦਾਂ ਤਾਂ ਨਹੀਂ ਹੁੰਦਾ। ਬਹੁਤ ਜ਼ਰੂਰੀ ਹੈ ਕਿ ਗੱਲਬਾਤ ਕੀਤੀ ਜਾਵੇ। ਜੀ, ਅਗਰ ਉਹਨਾਂ ਨੂੰ ਇਮੀਡੀਏਟਲੀ ਹੈਲਪ ਚਾਹੀਦੀ ਹੈ, ਫਿਰ ਸੁਸਾਈਡ ਹੈਲਪਲਾਈਨ ਨੰਬਰਸ ਹੁੰਦੇ ਨੇ, ਉੱਥੇ ਕੰਟੈਕਟ ਕਰ ਸਕਦੇ ਨੇ, ਜਾਂ ਤੁਸੀਂ ਪਹਿਲਾਂ ਆਪ ਹੈਲਪ ਦੇਣ ਤੋਂ ਬਾਅਦ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਫੈਸ਼ਨਲ ਦੇ ਕੋਲ ਲੈ ਕੇ ਜਾਓ। ਜੀ, ਕਾਉਂਸਲਿੰਗ ਸਰਵਿਸਿਜ਼ ਦਾ ਉਪਯੋਗ ਕਰੋ, ਕਿਉਂਕਿ ਬਹੁਤ ਜ਼ਰੂਰੀ ਹੈ ਉਸ ਟਾਈਮ ਤੇ ਅਗਰ ਇਮੀਡੀਏਟ ਹੈਲਪ ਨਹੀਂ ਮਿਲਦੀ ਤਾਂ ਰਿਸਕ ਫੈਕਟਰ ਜਿਹੜਾ ਹੈ ਸੁਸਾਈਡ ਕਰਨ ਦਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜੀ, ਠੀਕ ਹੈ। ਜਿਵੇਂ ਹੁਣ ਟ੍ਰੀਟਮੈਂਟ ਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ, ਅਸੀਂ ਹੁਣ ਐਜ਼ ਅ ਸਾਈਕੋਲੋਜਿਸਟ ਬਹੁਤ ਸਾਰੀ ਮੈਡੀਕੇਸ਼ਨਸ ਹੋ ਗਈਆਂ, ਜਾਂ ਅਸੀਂ ਸਾਈਕੋਥੈਰੇਪੀਜ਼ ਦਾ ਯੂਜ਼ ਕਰਦੇ ਹਾਂ। ਜੀ, ਇੰਡੀਵਿਜੂਅਲ ਦੇ ਵਿੱਚ ਪ੍ਰੋਬਲਮ ਸੋਲਵਿੰਗ ਸਕਿੱਲਸ ਨਹੀਂ ਹੁੰਦੀਆਂ, ਉਹ ਕੋਪ ਅਪ ਨਹੀਂ ਕਰ ਪਾਉਂਦਾ ਲਾਈਫ ਦੇ ਸਟ੍ਰੈਸਰਸ ਨੂੰ ਲੈ ਕੇ, ਤਾਂ ਉਹਨੂੰ ਉਹਦੇ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਾਂ ਉਸ ਆਡੀਅנס ਨੂੰ ਦੇਖੋ ਜਿਹੜੀ ਟਾਰਗੇਟ ਆਡੀਅנס ਹੈ ਜਿਹੜੀ ਰਿਸਕ ਫੈਕਟਰ ਤੇ ਹੈ, ਜਿਵੇਂ ਯੂਥ। ਜੀ, ਯੂਥ ਨੂੰ ਬਹੁਤ ਜ਼ਿਆਦਾ ਸਪੋਰਟ ਸਿਸਟਮ ਦੀ ਲੋੜ ਹੁੰਦੀ ਹੈ। ਤਾਂ ਅਗਰ ਕੋਈ ਇਸ ਤਰ੍ਹਾਂ ਦਾ ਹੈ ਤੁਹਾਡੇ ਆਸ-ਪਾਸ, ਕੋਈ ਵੀ ਹੈ ਜਿਹਨੂੰ ਹੈਲਪ ਦੀ ਲੋੜ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਉਹਦੇ ਬੋਡੀ ਜੈਸਟਰਸ ਦੇ ਵਿੱਚ ਜਾਂ ਉਹਦੇ ਕੋਈ ਵਾਰਨਿੰਗ ਸਿਗਨਲਸ ਦੇ ਰਿਹਾ ਹੈ, ਰੈਡ ਅਲਰਟ ਦੇ ਰਿਹਾ ਹੈ, ਤਾਂ ਤੁਸੀਂ ਉਸ ਨੂੰ ਪ੍ਰੋਫੈਸ਼ਨਲ ਹੈਲਪ ਲਈ ਜ਼ਰੂਰ ਅੱਗੇ ਹੋ ਕੇ ਲੈ ਕੇ ਜਾਓ। ਇੱਕ ਮੋਸਟ ਇੰਪੋਰਟੈਂਟ, ਉਹਨੂੰ ਇਕੱਲੇ ਨਾ ਛੱਡੋ। ਜੀ, ਤਾਂ ਕਿ ਥੋੜੇ ਟਾਈਮ ਵਾਸਤੇ ਉਹਨੂੰ ਜਦੋਂ ਇਮੀਡੀਏਟ ਹੈਲਪ ਮਿਲੇਗੀ ਤਾਂ ਬਾਅਦ ਦੇ ਵਿੱਚ ਕ੍ਰਾਈਸਿਸ ਇੰਟਰਵੈਂਸ਼ਨ ਦੀ ਆਪਾਂ ਜੇ ਕਰਕੇ ਗੱਲ ਕਰ ਰਹੇ ਹਾਂ, ਬਾਅਦ ਦੇ ਵਿੱਚ ਫਿਰ ਉਹ ਪ੍ਰੋਫੈਸ਼ਨਲ ਹੈਲਪ ਲੈ ਸਕਦਾ ਹੈ। ਹੁਣ ਜਿਵੇਂ WHO ਦੇ ਅਨੁਸਾਰ 1 ਮਿਲੀਅਨ ਪੀਪਲ ਇਸ ਤਰ੍ਹਾਂ ਦੇ ਨੇ ਜਿਹੜੇ ਹਰ ਸਾਲ ਸੁਸਾਈਡ ਕਰਦੇ ਨੇ, ਜਿਨ੍ਹਾਂ ਦੀ ਡੈਥ ਸੁਸਾਈਡ ਦੇ ਨਾਲ ਹੁੰਦੀ ਹੈ। ਤਾਂ ਫਿਰ ਬਹੁਤ ਜ਼ਰੂਰੀ ਹੈ ਪ੍ਰੀਵੈਂਸ਼ਨ ਤੇ ਜ਼ੋਰ ਦਿੱਤਾ ਜਾਵੇ। ਜੀ, ਹੁਣ ਸੋਸ਼ਲ ਮੀਡੀਆ ਪ੍ਰੀਵੈਂਸ਼ਨ ਤੇ ਜ਼ੋਰ ਨਾ ਦੇ ਕੇ ਉਸ ਤਰ੍ਹਾਂ ਦੀ ਨਿਊਜ਼ ਨੂੰ ਜ਼ਿਆਦਾ ਛਾਪ ਦਿੰਦਾ ਹੈ ਜਿਹਦੇ ਵਿੱਚ ਉਹਨਾਂ ਨੇ ਸੁਸਾਈਡ ਬਾਰੇ ਲਿਖਿਆ ਹੁੰਦਾ ਵੀ ਇਹਨੇ ਸੁਸਾਈਡ ਕਮਿਟ ਕਰ ਲਈ, ਇਹਨੇ ਜੰਪ ਕਰ ਲਿਆ, ਇਹਨੇ ਹੈਂਗ ਕਰ ਲਿਆ, ਲੇਕਿਨ ਉੱਥੇ ਪ੍ਰੀਵੈਂਸ਼ਨ ਦੀ ਗੱਲ ਕੋਈ ਨਹੀਂ ਕਰ ਰਿਹਾ। ਤਾਂ ਇਹਦੀ ਅਵੇਅਰਨੈਸ ਜਿਹੜੀ ਹੈ ਉਹ ਫੈਲਾਉਣੀ ਬਹੁਤ ਜ਼ਰੂਰੀ ਹੈ, ਚਾਹੇ ਉਹ ਵਿਲੇਜ ਲੈਵਲ ਤੇ ਫੈਲਾਈਏ, ਕਮਿਊਨਿਟੀ ਲੈਵਲ ਤੇ ਫੈਲਾਈਏ, ਉਹ ਬਹੁਤ ਜ਼ਰੂਰੀ ਹੈ। ਜੀ, ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਬਹੁਤ ਜ਼ਰੂਰੀ ਜਿਹੜੀ ਜਾਣਕਾਰੀ ਇਹਦੇ ਬਾਰੇ ਸਾਂਝੀ ਕੀਤੀ, ਪਰ ਤੁਹਾਡੇ ਨਾਲ ਗੱਲ ਕਰਦੇ ਹੋਏ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਬਾਰ-ਬਾਰ ਆ ਰਿਹਾ ਸੀ ਕਿ ਅਸੀਂ ਜਦੋਂ ਦਿਮਾਗੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਕਦੇ ਲੱਗਦਾ ਹੀ ਨਹੀਂ ਕਿ ਇੰਨੀ ਜ਼ਰੂਰੀ ਹੈ
ਇਹਦਾ ਕੋਈ ਖਾਸ ਕਾਰਨ ਹੈ? ਤੁਸੀਂ ਦੱਸ ਸਕਦੇ ਹੋ ਕਿ ਕਿੰਝ ਜਿਹੜਾ ਹੈ ਲੋਕਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਦਿਮਾਗੀ ਸਿਹਤ ਬਹੁਤ ਜ਼ਰੂਰੀ ਹੈ, ਉਨੀ ਹੀ ਜਿੰਨੀ ਕਿ ਅਸੀਂ ਸਰੀਰਕ ਸਿਹਤ ਦੀ ਗੱਲ ਕਰਦੇ ਹਾਂ। ਕਹਿੰਦੇ ਕਿ ਇੱਕ ਸਿਹਤਮੰਦ ਸਰੀਰ ਦੇ ਵਿੱਚ ਹੀ ਇੱਕ ਜਿਹੜਾ ਸਿਹਤਮੰਦ ਮਨ ਦਾ ਵਿਕਾਸ ਹੁੰਦਾ ਹੈ। ਤਾਂ ਕਿੰਝ ਅਸੀਂ ਕਰ ਸਕਦੇ ਹਾਂ? ਦੇਖੋ, ਬੋਡੀ ਤੇ ਮਾਈਂਡ ਦੋਨੋਂ ਆਪਸ ਵਿੱਚ ਰਿਲੇਟ ਕਰਦੇ ਆ ਜੀ। ਕਿਸੇ ਨੂੰ ਕੋਈ ਫਿਜ਼ੀਕਲ ਹੈਲਥ ਪ੍ਰੋਬਲਮ ਹੋਈ ਤਾਂ ਡਾਕਟਰ ਦੇ ਕੋਲ ਜਾ ਕੇ ਠੀਕ ਹੋ ਜਾਂਦੇ ਆ। ਜੀ। लेकिन अगर कोई भी मेंटल इलनेस है या मेंटली कोई भी इशू है या साइकोलॉजिकल प्रॉब्लम है, लोग अगे नहीं आते है ना, गल नहीं करते। पर जिन्नी फिजिकल हेल्थ जरूरी है उस तो किते ज्यादा अपनी मेंटल हेल्थ जरूरी है जी। ते मेंटल हेल्थ जरूरी रखने लिए सपोर्ट सिस्टम बहुत बड़ा रोल निभाता है। आस पास अपने किस तरह के लोग ने, अगर उत्थे बार बार नेगेटिविटी आई जाऊगी तो इंडिविजुअली सर्वाइव करना, उस स्ट्रेस चों बाहर निकलना औखा हो जाता है। ਤਾਂ ਮੈਂਟਲ ਹੈਲਥ ਜਾਂ ਫਿਰ ਮਾਨਸਿਕ ਸਿਹਤ ਨੂੰ ਠੀਕ ਰੱਖਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਫਿਜ਼ੀਕਲ ਹੈਲਥ ਨੂੰ ਰੱਖਣਾ ਹੈ। ਤਾਂ ਇਸ ਕਰਕੇ ਅਗਰ ਕੋਈ ਵੀ ਇਸ਼ੂ ਆਉਂਦਾ ਹੈ ਤਾਂ ਉਹਨਾਂ ਨੂੰ ਵੀ ਪ੍ਰੋਫੈਸ਼ਨਲ ਹੈਲਪ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਇੰਨੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।